स्टूडेंट्स रजे टुडे डेट इज़ 24 सैप्टंबर BOMP ਦਾ ਆਪਾਂ ਨੈਕਸਟ ਟੌਪਿਕ ਸਟਾਰਟ ਕਰਨ ਲੱਗੇ ਹਾਂ ਦੈਟ ਇਜ਼ ਦਾ ਪਾਰਟਨਰਸ਼ਿਪ ਡੀਡ। ਠੀਕ ਹੈ ਜੀ, ਪਾਰਟਨਰਸ਼ਿਪ ਡੀਡ ਕੀ ਹੁੰਦੀ ਹੈ ਉਹ ਡਿਸਕਸ ਕਰਨਾ, ਇਹਦੇ ਕੀ ਕੰਟੈਂਟ ਹੁੰਦੇ ਨੇ, ਟਰਮ ਐਂਡ ਕੰਡੀਸ਼ਨਸ ਕੀ ਹੁੰਦੀਆਂ ਨੇ। ਬੇਸਿਕਲੀ ਪਾਰਟਨਰਸ਼ਿਪ ਡੀਡ ਦੀ ਗੱਲ ਕਰੀਏ ਰਜੇ, ਇਹ ਇੱਕ ਤਰ੍ਹਾਂ ਦਾ ਐਗਰੀਮੈਂਟ ਹੁੰਦਾ ਆ ਜਦੋਂ ਪਾਰਟਨਰਸ ਡਿਸਾਈਡ ਕਰਦੇ ਆ ਕਿ ਅਸੀਂ ਪਾਰਟਨਰਸ਼ਿਪ ਮਤਲਬ ਸਟਾਰਟ ਕਰਨੀ ਹੈ ਤਾਂ ਉਹ ਸਟਾਰਟ ਕਰਨ ਤੋਂ ਪਹਿਲਾਂ ਇੱਕ ਐਗਰੀਮੈਂਟ ਕਰਦੇ ਆ ਜਿਹਨੂੰ ਆਪਾਂ ਕੀ ਬੋਲਦੇ ਹਾਂ, ਪਾਰਟਨਰਸ਼ਿਪ ਡੀਡ। ਠੀਕ ਹੈ ਜੀ, ਹੁਣ ਇਹ ਜਿਹੜਾ ਐਗਰੀਮੈਂਟ ਹੈ ਰਜੇ ਉਹ ਰਿਟਨ ਫਾਰਮ 'ਚ ਵੀ ਹੁੰਦਾ ਐਂਡ ਔਰਲ ਵੀ ਹੁੰਦਾ। ਇਹ ਕੰਪਲਸਰੀ ਨਹੀਂ ਹੈਗਾ ਕਿ ਤੁਸੀਂ ਰਿਟਨ ਹੀ ਕਰਨਾ ਹੈਗਾ। ਠੀਕ ਹੈ, ਔਰਲ ਦੇਖੋ ਹੁਣ ਮੈਂ ਇੱਕ ਐਗਜ਼ਾਮਪਲ ਲੈਂਦੀ ਹਾਂ। ਮੰਨ ਲਓ ਆਪਾਂ 5 ਪਾਰਟਨਰ ਸੀਗੇ। ਠੀਕ ਹੈ, 5 ਪਾਰਟਨਰਸ ਨੇ ਰਲ ਕੇ ਪਾਰਟਨਰ ਸਟਾਰਟ ਕਰਨ ਦਾ ਡਿਸਾਈਡ ਕੀਤਾ ਤੇ ਹਰੇਕ ਪਾਰਟਨਰ ਨੇ ਬੋਲ ਕੇ ਸਾਰੀਆਂ ਟਰਮ ਐਂਡ ਕੰਡੀਸ਼ਨ ਬੋਲ ਕੇ ਐਗਰੀ ਕਰ ਲਈਆਂ। ਠੀਕ ਹੈ, ਇਹ ਮੰਨ ਲਓ 5 ਪਾਰਟਨਰ ਸੀਗੇ, ਇਹਨਾਂ ਨੇ ਇਹ ਡਿਸਾਈਡ ਕੀਤਾ ਕਿ ਆਪਾਂ ਪਾਰਟਨਰਸ਼ਿਪ ਫਾਰਮ ਜਿਹੜੀ ਆ ਉਹ ਚਲਾਉਣੀ ਹੈ ਤੇ ਹਰੇਕ ਪਾਰਟਨਰ ਨੂੰ ਆਪਾਂ 10,000 ਜਿਹੜੀ ਆ ਸੈਲਰੀ ਆ ਉਹ ਦੇਣੀ ਹੈ। ਠੀਕ ਹੈ, ਇਸ ਤੋਂ ਇਲਾਵਾ ਕੌਣ ਕਿੰਨੀ ਕੈਪੀਟਲ ਲੈ ਕੇ ਆਏਗਾ, ਕਿੰਨਾ ਇੰਟਰਸਟ ਮਿਲੂਗਾ, ਠੀਕ ਹੈ, ਕੀ ਸਾਰਾ ਕੁਛ ਮਤਲਬ ਜੋ ਵੀ ਹੈ ਉਹਨੇ ਔਰਲੀ ਯਾਨੀ ਕਿ ਬੋਲ ਕੇ ਐਗਰੀ ਕੀਤਾ ਤਾਂ ਉਹ ਹੋ ਗਈ ਤੁਹਾਡੀ ਪਾਰਟਨਰਸ਼ਿਪ ਡੀਡ ਕਿਹੜੀ, ਔਰਲ। ਠੀਕ ਹੈ, ਰਿਟਨ ਦਾ ਮਤਲਬ ਕੀ ਹੁੰਦਾ ਕਿ ਜਿਹੜੀ ਇਹੀ ਚੀਜ਼ ਹੈ ਜਿਹੜੀ ਤੁਸੀਂ ਬੋਲ ਕੇ ਕਰੀ ਹੈ, ਤੁਸੀਂ ਇਹੀ ਬੋਲਣ ਦੀ ਬਜਾਏ ਤੁਸੀਂ ਲਿਖ ਕੇ ਤੇ ਲਾਸਟ ਤੇ ਕੀ ਕੀਤੇ ਨੇ, ਸਿਗਨੇਚਰਸ ਕਰਤੇ। ਹਰ ਇੱਕ ਪਾਰਟਨਰ ਨੇ 5 ਦੇ 5 ਪਾਰਟਨਰ ਨੇ ਸਿਗਨੇਚਰ ਕਰਤੇ ਤਾਂ ਉਹ ਤੁਹਾਡੀ ਕਿਹੜੀ ਡਾਕੂਮੈਂਟ ਬਣ ਗਿਆ, ਰਿਟਨ ਦੇ ਵਿੱਚ ਪਾਰਟਨਰਸ਼ਿਪ ਡੀਡ ਬਣ ਗਈ। ਅੱਛਾ, ਹੁਣ ਜੇ ਦੋਨਾਂ ਵਿੱਚੋਂ ਦੇਖਿਆ ਜਾਵੇ ਤਾਂ ਜ਼ਿਆਦਾ ਜੇ ਆਪਾਂ ਸਲਾਹ ਦੇਣੀ ਹੋਵੇ ਵੀ ਕਿਹੜਾ ਐਗਰੀਮੈਂਟ ਹੋਣਾ ਚਾਹੀਦਾ ਹੈ ਤਾਂ ਰਿਟਨ ਫਾਰਮ ਦਾ ਐਗਰੀਮੈਂਟ ਹੋਣਾ ਚਾਹੀਦਾ। ਕਿਉਂ ਹੋਣਾ ਚਾਹੀਦਾ ਰਜੇ? ਕਿਉਂਕਿ ਆਪਾਂ ਇਸ ਡਾਕੂਮੈਂਟ ਨੂੰ ਐਜ਼ ਆ ਐਵੀਡੈਂਸ ਯਾਨੀ ਕਿ ਐਜ਼ ਆ ਪ੍ਰੂਫ ਸ਼ੋ ਕਰ ਸਕਦੇ ਹਾਂ। ਹੁਣ ਜਿਵੇਂ ਮੈਂ ਤੁਹਾਨੂੰ ਦੱਸੀ ਸੀ ਗੱਲ ਕਿ ਆਪਾਂ 5 ਪਾਰਟਨਰਸ ਹੈ। ਠੀਕ ਹੈ, ਇਹਨਾਂ ਨੇ ਡਿਸਾਈਡ ਕੀਤਾ ਕਿ ਹਰੇਕ ਪਾਰਟਨਰ ਨੂੰ 10,000 ਜਿਹੜੀ ਆ ਉਹ 10,000 ਜਿਹੜੀ ਆ ਸੈਲਰੀ ਮਿਲੇਗੀ। ਠੀਕ ਹੈ, 1 ਮੰਥ ਕੰਪਲੀਟ ਹੋ ਗਿਆ। 1 ਮੰਥ ਕੰਪਲੀਟ ਹੋਣ 'ਤੇ ਕੀ ਹੋਇਆ, ਸਾਰੇ ਪਾਰਟਨਰਸ ਨੂੰ ਸੈਲਰੀ ਦੇਣੀ ਸਟਾਰਟ ਕਰਤੀ। ਠੀਕ ਹੈ, ਹੁਣ 5 ਪਾਰਟਨਰਸ ਦੇ ਵਿੱਚੋਂ ਇੱਕ ਪਾਰਟਨਰ ਤਾਂ ਕਹਿ ਰਿਹਾ ਕਿ ਮੈਨੂੰ ਤੁਸੀਂ 20,000 ਸੈਲਰੀ ਦੇਣ ਲਈ ਕਿਹਾ ਸੀ, ਤਾਂ ਸਾਰੇ ਕਹਿ ਰਹੇ ਨਹੀਂ, ਸਭ ਨੂੰ 10,000 ਦੇਣ ਲਈ ਕਿਹਾ ਸੀ। ਉਹ ਕਹਿੰਦਾ ਨਹੀਂ, ਮੈਨੂੰ ਤਾਂ 20,000 ਦੇਣ ਲਈ ਕਿਹਾ ਸੀ। ਹੁਣ ਇੱਥੇ ਤੁਸੀਂ ਕੋਈ ਪ੍ਰੂਫ ਜਿਹੜਾ ਉਹ ਸ਼ੋਅ ਨਹੀਂ ਕਰ ਸਕਦੇ ਕਿ ਆਪਣਾ ਐਗਰੀਮੈਂਟ ਕਿਸ ਬੇਸ 'ਤੇ ਹੋਇਆ ਸੀ। ਠੀਕ ਹੈ ਨਾ, ਰਿਟਨ 'ਚ ਉਹੀ ਜੇ ਤੁਸੀਂ ਇਹੀ ਵਾਲਾ ਐਗਰੀਮੈਂਟ ਰਿਟਨ ਫਾਰਮ 'ਚ ਕੀਤਾ ਹੁੰਦਾ ਤਾਂ ਜਦੋਂ ਇਸ ਪਰਸਨ ਨੇ ਰੌਲਾ ਪਾਇਆ ਕਿ ਹਾਂਜੀ ਮੈਨੂੰ 20,000 ਸੈਲਰੀ ਚਾਹੀਦੀ ਹੈ ਤਾਂ ਤੁਸੀਂ ਉਸ ਰਿਟਨ ਡਾਕੂਮੈਂਟ ਨੂੰ ਅੱਗੇ ਕਰ ਸਕਦੇ ਹੋ ਕਿ ਆਪਣਾ ਜਦੋਂ ਐਗਰੀਮੈਂਟ ਹੋਇਆ ਸੀ ਤਾਂ ਉਹ 10,000 ਸੈਲਰੀ 'ਤੇ ਹੋਇਆ ਸੀ, ਉਹ 'ਤੇ ਤੁਹਾਡੇ ਸਾਈਨ ਵੀ ਹੈਗੇ ਨੇ। ਤਾਂ ਉਹ ਜਿਹੜਾ ਡਾਕੂਮੈਂਟ ਹੈ ਉਸ ਡਾਕੂਮੈਂਟ ਨੂੰ ਆਪਾਂ ਕੀ ਬੋਲਦੇ ਹਾਂ, ਪਾਰਟਨਰਸ਼ਿਪ ਡੀਡ, ਜਿਹੜੀ ਕਿ 2 ਤਰ੍ਹਾਂ ਦੀ ਹੁੰਦੀ ਹੈ, ਰਿਟਨ ਐਂਡ ਔਰਲ। ਵੈਸੇ ਬੇਸਿਕਲੀ ਜੇ ਆਪਾਂ ਇਨ ਫਿਊਚਰ ਚਾਹੁੰਦੇ ਹਾਂ ਕਿ ਕੋਈ ਮਿਸਅੰਡਰਸਟੈਂਡਿੰਗ ਨਾ ਹੋਵੇ, ਸਾਡਾ ਕੰਮ ਸਮੂਥਲੀ ਚੱਲਦਾ ਰਹੇ, ਤੁਹਾਡਾ ਜਿਹੜਾ ਐਗਰੀਮੈਂਟ ਉਹ ਰਿਟਨ ਫਾਰਮ 'ਚ ਹੋਣਾ ਚਾਹੀਦਾ ਗਾ। ਹੁਣ ਇਹਦੇ ਵਿੱਚ ਹੁੰਦਾ ਕੀ ਆ, ਸਭ ਤੋਂ ਪਹਿਲਾਂ ਪਾਰਟਨਰਸ਼ਿਪ ਡੀਡ ਦੇ ਵਿੱਚ ਇੱਕ ਤਾਂ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਨੇ। ਟਰਮਸ ਐਂਡ ਕੰਡੀਸ਼ਨ ਦਾ ਮਤਲਬ ਜੇ ਤੱਕ ਤੁਸੀਂ ਪਾਰਟਨਰਸ਼ਿਪ ਡੀਡ ਚਲਾਉਣੀ ਹੈ ਤਾਂ ਉਹਦੇ ਵਿੱਚ ਕਿਹੜੀਆਂ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ, ਕਿਹੜੇ ਰੂਲ ਹੋਣਗੇ, ਕੀ ਰੈਗੂਲੇਸ਼ਨਸ ਹੋਣਗੇ, ਉਹ ਤੁਸੀਂ ਬੋਲ ਕੇ ਜਾਂ ਲਿਖ ਕੇ ਪਹਿਲਾਂ ਹੀ ਡਿਸਾਈਡ ਕਰ ਲੈਣੇ। ਕਿਉਂਕਿ ਜਦੋਂ ਵੀ ਆਪਾਂ ਨਵਾਂ ਕੋਈ ਕੰਮ ਸ਼ੁਰੂ ਕਰਨਾ ਹੁੰਦਾ ਤਾਂ ਤੁਹਾਨੂੰ ਪਹਿਲਾਂ ਹੀ ਸਾਰੀਆਂ ਚੀਜ਼ਾਂ ਖੋਲ੍ਹ ਕੇ ਰੱਖਣੀਆਂ ਚਾਹੀਦੀਆਂ ਨੇ ਕਿ ਹਾਂਜੀ ਆਪਣੀ ਪਾਰਟਨਰਸ਼ਿਪ ਡੀਡ ਦੇ ਵਿੱਚ ਆ ਹੋਏਗਾ, ਇਹ ਰੂਲਸ ਹੋਣਗੇ, ਰੈਗੂਲੇਸ਼ਨਸ ਹੋਣਗੇ, ਟਰਮਸ ਨੇ, ਕੰਡੀਸ਼ਨਸ ਨੇ, ਤਾਂ ਕਿ ਇਨ ਫਿਊਚਰ ਕਿਸੇ ਵੀ ਪਰਸਨ ਨੂੰ ਕੋਈ ਮਿਸਅੰਡਰਸਟੈਂਡਿੰਗ ਨਾ ਰਹੇ। ਯਾਨੀ ਕਿ ਪਾਰਟਨਰਸ਼ਿਪ ਡੀਡ 'ਚ ਕੀ ਹੁੰਦੀ ਹੈ, ਇੱਕ ਤਾਂ ਟਰਮਸ ਐਂਡ ਕੰਡੀਸ਼ਨਸ। ਇਸ ਤੋਂ ਇਲਾਵਾ ਰਜੇ ਪਾਰਟਨਰਸ਼ਿਪ ਡੀਡ ਦੇ ਵਿੱਚ ਕੰਟੈਂਟਸ ਹੁੰਦੇ ਨੇ, ਜਿਵੇਂ ਲਾਈਕ ਫਰਮ ਦਾ ਕੀ ਨਾਮ ਹੈ, ਠੀਕ ਹੈ, ਕਿੰਨੇ ਕੁ ਪਾਰਟਨਰ ਆਏ ਨੇ, ਪਾਰਟਨਰਸ ਦਾ ਕੀ ਨਾਮ ਹੈ, ਕੀ ਐਡਰੈਸ ਹੈ, ਕਿੰਨੀ ਕੈਪੀਟਲ ਲੈ ਕੇ ਆਏ ਨੇ, ਕਿੰਨਾ ਉਹਨਾਂ ਨੂੰ ਕੈਪੀਟਲ ਦੇ ਵਿਆਜ ਮਿਲੂਗਾ, ਕਿੰਨਾ ਪ੍ਰੋਫਿਟ ਸ਼ੇਅਰ ਕਰਨਗੇ, ਕਿੰਨਾ ਲੋਸ ਸ਼ੇਅਰ ਕਰਨਗੇ, ਕਿੰਨਾ ਇੰਟਰਸਟ ਰੇਟ ਮਿਲੂਗਾ। ਠੀਕ ਹੈ, ਜੇ ਮੰਨ ਲਓ ਕੋਈ ਰਿਟਾਇਰ ਹੁੰਦਾ ਪਾਰਟਨਰ ਤਾਂ ਉਹਨੂੰ ਕਿਵੇਂ ਰਿਟਾਇਰ ਕਰਨਾ, ਕੀ ਪਾਰਟਨਰ ਦੀਆਂ ਪਾਵਰਸ ਨੇ, ਕੀ ਡਿਊਟੀਜ਼ ਨੇ, ਠੀਕ ਹੈ, ਬੁੱਕਸ ਨੂੰ ਕਿਵੇਂ ਮੇਨਟੇਨ ਕਰਕੇ ਰੱਖਣਾ। ਮਤਲਬ ਜਿੰਨੀਆਂ ਵੀ ਸ਼ਰਤਾਂ ਜਾਂ ਜਿੰਨੇ ਵੀ ਵੱਧ ਕੰਟੈਂਟ ਤੁਸੀਂ ਪਹਿਲਾਂ ਹੀ ਮੈਂਸ਼ਨ ਕਰ ਦੋਗੇ ਤਾਂ ਇਨ ਫਿਊਚਰ ਕੋਈ ਵੀ ਪਾਰਟਨਰ ਜਿਹੜਾ ਆ ਉਹ ਕੋਈ ਰੌਲਾ ਪਾਉਣ ਜੋਗਾ ਨਹੀਂ ਰਹੂਗਾ। ਯਾਨੀ ਕਿ ਕੰਟੈਂਟ ਦੇ ਵਿੱਚ ਸਾਰਾ ਕੁਛ ਪਾਰਟਨਰਸ਼ਿਪ ਨਾਲ ਰਿਲੇਟਡ ਸਭ ਚੀਜ਼ ਮੈਂਸ਼ਨ ਹੋਏਗੀ। ਠੀਕ ਹੈ ਜੀ, ਇਹ ਤਾਂ ਹੋ ਗਿਆ ਜੀ ਸਾਰਾ ਆਪਣਾ ਪਾਰਟਨਰਸ਼ਿਪ ਡੀਡ ਦੇ ਬਾਰੇ। ਨੈਕਸਟ ਆਉਂਦਾ ਸਾਡੀ ਪਾਰਟਨਰਸ਼ਿਪ ਜਿਹੜੀ ਆ ਉਹ ਕਿੰਨੀ ਤਰ੍ਹਾਂ ਦੀ ਹੁੰਦੀ ਆ, ਟਾਈਪਸ ਆਫ ਪਾਰਟਨਰਸ਼ਿਪ। ਠੀਕ ਹੈ, ਬੇਸਿਕਲੀ ਪਾਰਟਨਰਸ਼ਿਪ ਜਨਰਲ ਪਾਰਟਨਰਸ਼ਿਪ ਹੁੰਦੀ ਹੈ, ਠੀਕ ਹੈ, ਇੱਕ ਲਿਮਿਟਡ ਹੁੰਦੀ ਹੈ।
ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਪਹਿਲਾਂ ਜਰਨਲ ਪਾਰਟਨਰਸ਼ਿਪ ਦੀ। ਜਰਨਲ ਪਾਰਟਨਰਸ਼ਿਪ ਰਜੇ ਅੱਗੋਂ ਦੋ ਤਰ੍ਹਾਂ ਦੀ ਹੁੰਦੀ ਹੈ। ਜਿਹੜੀ ਜਰਨਲ ਪਾਰਟਨਰਸ਼ਿਪ ਹੁੰਦੀ ਹੈ, ਠੀਕ ਹੈ, ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਠੀਕ ਹੈ। ਇਹ ਹੁੰਦੀ ਹੈ ਇੱਕ ਪਾਰਟਨਰਸ਼ਿਪ ਐਟ ਵਿਲ, ਠੀਕ ਹੈ, ਇੱਕ ਹੁੰਦੀ ਹੈ ਪਾਰਟਨਰਸ਼ਿਪ ਐਟ ਪਰਟੀਕੂਲਰ ਪਾਰਟਨਰਸ਼ਿਪ, ਆਪਾਂ ਕਹਿ ਸਕਦੇ ਹਾਂ ਇਹਨੂੰ। ਵਿਲ ਦਾ ਮਤਲਬ ਕੀ ਹੁੰਦਾ? ਵਿਲ ਦਾ ਮਤਲਬ ਹੁੰਦਾ ਇੱਛਾ ਅਨੁਸਾਰ, ਠੀਕ ਹੈ। ਹੁਣ ਮੰਨ ਲਓ ਮੈਂ ਤੁਹਾਨੂੰ ਕਿਹਾ ਸੀ 5 ਪਾਰਟਨਰ ਸੀਗੇ, ਠੀਕ ਹੈ। 5 ਪਾਰਟਨਰਸ ਨੇ ਪਾਰਟਨਰਸ਼ਿਪ ਫਾਰਮ ਸਟਾਰਟ ਕੀਤੀ ਸੀਗੀ। ਜਿੰਨਾ ਟਾਈਮ ਇਹਨਾਂ ਦਾ ਭਰੋਸਾ ਰਿਹਾ ਜਾਂ ਜਿੰਨਾ ਟਾਈਮ ਇਹਨਾਂ ਨੂੰ ਸਫੀਸ਼ੀਐਂਟ ਰਿਹਾ ਵੀ ਹਾਂ ਅਸੀਂ ਪਾਰਟਨਰਸ਼ਿਪ ਚਲਾਉਣੀ ਹੈ ਤਦ ਤੱਕ ਇਹ ਚਲਾਉਣਗੇ। ਜਦੋਂ ਇਹਨਾਂ 5 ਦੀ ਸਹਿਮਤੀ ਹੋ ਗਈ ਕਿ ਨਹੀਂ ਹੁਣ ਅਸੀਂ ਪਾਰਟਨਰਸ਼ਿਪ ਨੂੰ ਬੰਦ ਕਰਨਾ ਚਾਹੁੰਦੇ ਹਾਂ, ਠੀਕ ਹੈ, ਤਾਂ ਫਿਰ ਇਹ ਕੀ ਕਰਨਗੇ? ਡਿਸੋਲਿਊਸ਼ਨ ਮਤਲਬ ਬੰਦ ਕਰਨ ਦਾ ਇੱਕ ਨੋਟਿਸ ਜਿਹੜਾ ਆ ਉਹ ਦੇ ਦੇਣਗੇ ਕਿ ਹੁਣ ਅਸੀਂ ਆਪਣੀ ਪਾਰਟਨਰਸ਼ਿਪ ਨੂੰ ਕੀ ਕਰਨਾ ਚਾਹੁੰਦੇ ਹਾਂ? ਬੰਦ ਕਰਨਾ ਚਾਹੁੰਦੇ ਹਾਂ। ਤਾਂ ਅਜਿਹੀ ਪਾਰਟਨਰਸ਼ਿਪ ਕਿਹੜੀ ਹੋਗੀ? ਪਾਰਟਨਰਸ਼ਿਪ ਐਟ ਵਿਲ, ਵੀ ਜਿਹੜੀ ਆਪਾਂ ਆਪਣੀ ਮਰਜ਼ੀ ਦੇ ਨਾਲ ਮਤਲਬ ਪਾਰਟਨਰਸ਼ਿਪ ਕੀਤੀ ਸੀਗੀ। ਦੂਸਰੀ ਪਾਰਟਨਰਸ਼ਿਪ ਆਉਂਦੀ ਹੈ ਰਾਜੇ ਪਰਟੀਕੂਲਰ ਪਾਰਟਨਰਸ਼ਿਪ। ਪਰਟੀਕੂਲਰ ਪਾਰਟਨਰਸ਼ਿਪ ਦੇ ਵਿੱਚ ਕੀ ਹੋਏਗਾ ਕਿ ਤੁਹਾਨੂੰ ਪਾਰਟਨਰਸ਼ਿਪ ਤੁਸੀਂ ਇੱਕ ਪਰਟੀਕੂਲਰ ਟਾਸਕ ਨੂੰ ਕੰਪਲੀਟ ਕਰਨ ਵਾਸਤੇ, ਮੰਨ ਲਓ ਕਿਸੇ ਟਾਸਕ ਨੂੰ ਕੰਪਲੀਟ ਕਰਨ ਵਾਸਤੇ ਪਾਰਟਨਰਸ਼ਿਪ ਕੀਤੀ ਸੀ। ਮੰਨ ਲਓ ਤੁਹਾਡੀ ਪਾਰਟਨਰਸ਼ਿਪ ਹੋਈ ਸੀ ਵੀ ਅਸੀਂ ਇੱਕ ਬਿਲਡਿੰਗ ਨੂੰ ਕੰਸਟਰਕਟ ਕਰਨਾ ਹੈ, ਠੀਕ ਹੈ, ਤੇ ਬਿਲਡਿੰਗ ਨੂੰ ਕੰਸਟਰਕਟ ਕਰਨ ਵਾਸਤੇ ਤੁਹਾਡੀ ਪਾਰਟਨਰਸ਼ਿਪ ਹੋਈ ਸੀ। ਜਦੋਂ ਮਤਲਬ ਬਿਲਡਿੰਗ ਕੰਸਟਰਕਟ ਹੋ ਗਈ, ਬਣ ਗਈ, ਨਾਲ ਦੀ ਨਾਲ ਤੁਹਾਡੀ ਪਾਰਟਨਰਸ਼ਿਪ ਵੀ ਕੀ ਹੋ ਜਾਏਗੀ? ਖਤਮ ਹੋ ਜਾਏਗੀ, ਡਿਜ਼ੋਲਵ ਹੋ ਜਾਏਗੀ। ਤਾਂ ਇਹ ਤਾਂ ਹੋ ਗਈ ਆਪਣੀ ਜਰਨਲ ਪਾਰਟਨਰਸ਼ਿਪ ਦੀਆਂ 2 ਟਾਈਪਸ। ਨੈਕਸਟ ਆਉਂਦਾ ਜੀ ਆਪਣੀ ਪਾਰਟਨਰਸ਼ਿਪ ਦੈਟ ਇਜ਼ ਲਿਮਿਟਡ ਪਾਰਟਨਰਸ਼ਿਪ, ਠੀਕ ਹੈ। ਜਿਹੜੀ ਲਿਮਿਟਡ ਪਾਰਟਨਰਸ਼ਿਪ ਹੈ ਰਾਜੇ ਇਹ ਵੀ ਅੱਗੋਂ ਆਪਾਂ 2 ਤਰ੍ਹਾਂ ਨਾਲ ਡਿਫਾਈਨ ਕਰਦੇ ਹਾਂ, ਠੀਕ ਹੈ। 2 ਤਰ੍ਹਾਂ ਨਾਲ ਕਿਉਂ ਕੀਤੀ ਹੈ? ਕਿਉਂਕਿ ਇਹਦੇ ਵਿੱਚ ਵੀ ਇੱਕ ਜਰਨਲ ਪਾਰਟਨਰਸ਼ਿਪ ਆਏਗੀ ਤੇ ਇਹਦੇ ਵਿੱਚ ਵੀ ਇੱਕ ਲਿਮਿਟਡ ਪਾਰਟਨਰਸ਼ਿਪ ਆਏਗੀ। ਜਰਨਲ ਪਾਰਟਨਰਸ਼ਿਪ ਦੇ ਵਿੱਚ ਰਾਜੇ ਹੁਣ ਇੱਥੇ ਲਾਇਬਿਲਿਟੀ ਦੀ ਗੱਲ ਕਰਨੀ ਆ। ਜਰਨਲ ਪਾਰਟਨਰਸ਼ਿਪ ਉਹ ਪਾਰਟਨਰਸ਼ਿਪ ਹੁੰਦੀ ਜਿਹਦੇ ਸਾਰੇ ਪਾਰਟਨਰਸ ਦੀ ਜਿਹੜੀ ਲਾਇਬਿਲਿਟੀ ਆ ਉਹ ਹੁੰਦੀ ਆ ਅਨਲਿਮਿਟਡ। ਅਨਲਿਮਿਟਡ ਦਾ ਮਤਲਬ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਸੀ ਵੀ ਜੇਕਰ ਫਰਮ ਨੂੰ ਕੋਈ ਕਰਜ਼ਾ ਚੁਕਾਉਣਾ ਆ, ਘਾਟਾ ਪੈ ਗਿਆ, ਨੁਕਸਾਨ ਹੋ ਗਿਆ, ਤਾਂ ਉਹ ਸਾਰੇ ਪਾਰਟਨਰ ਹੀ ਅਨਲਿਮਿਟਡ ਹੋਣਗੇ ਕਿ ਉਹ ਆਪਣੀ ਪ੍ਰੋਪਰਟੀ ਨੂੰ, ਪਰਸਨਲ ਪ੍ਰੋਪਰਟੀ ਨੂੰ ਸੇਲ ਕਰਕੇ ਉਸ ਕਰਜ਼ੇ ਦੀ ਜਾਂ ਉਸ ਲਾਸ ਦੀ ਭਰਪਾਈ ਕਰਨਗੇ। ਤਾਂ ਉਹ ਤਾਂ ਹੋਗੀ ਜਰਨਲ ਪਾਰਟਨਰਸ਼ਿਪ। ਜਿਹੜੀ ਲਿਮਿਟਡ ਪਾਰਟਨਰਸ਼ਿਪ ਹੈ ਰਾਜੇ ਇਹਦੇ ਵਿੱਚ ਕੀ ਹੋਏਗਾ? ਇਹਦੇ ਵਿੱਚ ਇੱਕ ਪਾਰਟਨਰ ਦੀ ਜਿਹੜੀ ਲਾਇਬਿਲਿਟੀ ਆ, ਜਿਹੜਾ ਇੱਕ ਪਾਰਟਨਰ ਹੋਏਗਾ ਉਹਦੀ ਜਿਹੜੀ ਲਾਇਬਿਲਿਟੀ ਆ ਉਹ ਅਨਲਿਮਿਟਡ ਹੋਏਗੀ, ਠੀਕ ਹੈ। ਬਾਕੀ ਜਿਹੜੇ ਰੈਸਟ ਪਾਰਟਨਰਸ ਹੋਣਗੇ ਉਹਨਾਂ ਦੀ ਜਿਹੜੀ ਲਾਇਬਿਲਿਟੀ ਆ ਉਹ ਕੀ ਹੋਏਗੀ? ਲਿਮਿਟਡ ਹੋਏਗੀ। ਹੁਣ ਜਿਵੇਂ ਮੰਨ ਲਓ ਮੈਂ ਤੁਹਾਨੂੰ ਦੱਸਿਆ ਸੀਗਾ ਪਿਆ ਦੇयर ਆਰ 5 ਪਾਰਟਨਰਸ, ਠੀਕ ਹੈ। 5 ਪਾਰਟਨਰ ਸੀਗੇ। 5 ਪਾਰਟਨਰਸ ਦੇ ਵਿੱਚ ਚਲੋ ਮੰਨ ਲਓ ਇੱਕ ਮੈਂ ਆ, 4 ਮੇਰੇ ਹੋਰ ਪਾਰਟਨਰ ਨੇ। ਤਾਂ ਉਹਨਾਂ ਵਿੱਚੋਂ ਮੰਨ ਲਓ ਮੈਂ ਕਿਹਾ ਕਿ ਮੇਰੀ ਜਿਹੜੀ ਲਾਇਬਿਲਿਟੀ ਆ ਮੈਂ ਅਨਲਿਮਿਟਡ ਰੱਖਣਾ ਚਾਹੁੰਦੀ ਹਾਂ, ਠੀਕ ਹੈ। ਹੁਣ ਮੇਰੀ ਜਿਹੜੀ ਲਾਇਬਿਲਿਟੀ ਆ ਅਨਲਿਮਿਟਡ ਆ, ਜਿਹੜੇ ਰੈਸਟ 4 ਰਹਿ ਗਏ ਉਹਨਾਂ ਦੀ ਜਿਹੜੀ ਲਾਇਬਿਲਿਟੀ ਆ ਉਹ ਲਿਮਿਟਡ ਹੈ। ਹੁਣ ਦੇਖੋ ਜੇ ਇਨ ਫਿਊਚਰ ਜੇ ਬਿਜ਼ਨਸ ਦੇ ਵਿੱਚ ਕੋਈ ਘਾਟਾ ਪੈਂਦਾ, ਕੋਈ ਕਮੀ ਪੈਂਦੀ ਆ, ਕੋਈ ਕਰਜ਼ਾ ਚੁਕਾਉਣ ਵਾਲਾ, ਤਾਂ ਮੈਨੂੰ ਖੁਦ ਦੀ ਪ੍ਰੋਪਰਟੀ ਜਿਹੜੀ ਆ ਵੇਚ ਕੇ ਉਹ ਕਰਜ਼ਾ ਲਾਉਣਾ ਪਊਗਾ। ਅਤੇ ਜਿਹੜੀ ਬਾਕੀ ਮੈਂਬਰਸ ਹੋਣਗੇ ਉਹਨਾਂ ਦਾ ਕੋਈ ਇਹਦੇ ਵਿੱਚ ਲੈਣ ਦੇਣ ਨਹੀਂ ਹੋਊਗਾ। ਅੱਛਾ, ਫਿਰ ਇਹ ਨਹੀਂ ਹੈਗਾ ਕਿ ਇਹਦੇ ਵਿੱਚ ਇਹ ਵੀ ਹੈ ਕਿ ਇਹ ਜਿਹੜਾ ਜੇ ਹੁਣ ਮੈਂ ਆਪਣੀ ਗੱਲ ਕਰ ਰਹੀ ਹਾਂ, ਇਹਦੇ ਵਿੱਚ ਹੁਣ ਮੇਰੀ ਅਨਲਿਮਿਟਡ ਲਾਇਬਿਲਿਟੀ ਹੈ ਅਤੇ ਇਹਦੇ ਵਿੱਚ ਮੈਂ ਜਿਹੜੇ ਡਿਸੀਜ਼ਨ ਨੇ ਮੈਂ ਹੀ ਲਊਂਗੀ, ਮੈਂ ਹੀ ਮਤਲਬ ਸਭ ਕੁਛ ਸਾਰਿਆਂ ਨੂੰ ਡਿਸਾਈਡ ਕਰਕੇ ਦੱਸੂੰਗੀ ਵੀ ਕਿਵੇਂ ਆਪਾਂ ਕੰਮ ਕਿੱਦਾਂ ਕਰਨਾ ਗਾ, ਠੀਕ ਹੈ। ਯਾਨੀ ਕਿ ਇੱਥੇ ਹੁਣ ਮੇਨ ਹੈੱਡ ਜਿਹੜਾ ਆ ਅਨਲਿਮਿਟਡ ਲਾਇਬਿਲਿਟੀ ਵਾਲਾ ਬਣ ਜਾਂਦਾ ਗਾ। ਇਹ ਹੋ ਗਈ ਤੁਹਾਡੀ ਜਿਹੜੀ ਆ ਲਿਮਿਟਡ ਪਾਰਟਨਰਸ਼ਿਪ। ਹੋਪ ਸੋ ਰਾਜੇ ਤੁਹਾਨੂੰ ਇਹ ਵਾਲਾ ਟੌਪਿਕ ਸਮਝ ਆ ਗਿਆ ਹੋਏਗਾ। ਅਤੇ ਰਾਜੇ ਤੁਹਾਡੇ ਅੱਜ ਦੇ ਜਿਹੜੇ 2 ਕੁਐਸਚਨ ਨੇ ਉਹ ਕਿਹੜੇ ਕੁਐਸਚਨ ਨੇ? ਸਭ ਤੋਂ ਪਹਿਲਾ ਕੁਐਸਚਨ ਇਹ ਹੈ ਕਿ ਪਾਰਟਨਰਸ਼ਿਪ ਡੀਡ ਕੀ ਹੁੰਦੀ ਹੈ? ਸਿਰਫ ਤੁਸੀਂ ਇੱਕ ਮੀਨਿੰਗ ਦੱਸਣਾ ਮੈਨੂੰ, ਪਾਰਟਨਰਸ਼ਿਪ ਡੀਡ ਕੀ ਹੁੰਦੀ ਹੈ। ਸੈਕਿੰਡ ਤੁਸੀਂ ਮੈਨੂੰ ਦੱਸਣਾ ਹੈ ਕਿ ਅਨਲਿਮਿਟਡ ਲਾਇਬਿਲਿਟੀ ਕੀ ਹੁੰਦੀ ਹੈ। ਪਾਰਟਨਰਸ਼ਿਪ ਡੀਡ ਕੀ ਹੁੰਦੀ ਹੈ ਅਤੇ ਅਨਲਿਮਿਟਡ ਲਾਇਬਿਲਿਟੀ ਕੀ ਹੁੰਦੀ ਹੈ। ਥੈਂਕ ਯੂ ਰਾਜੇ।